ਪ੍ਰਾਕਥਨ ਪੌੜੀ 24ਵੀਂ ਵਿੱਚ ਉੱਚੇ ਤੱਕ ਅੱਪੜਨ ਲਈ ਉੱਚਾ ਨਾਉ ਤੇ ਕਰਮੀ ਦਾਤ ਦੋ ਗੱਲਾਂ ਦੱਸੀਆਂ ਸਨ। ਇਥੇ ਪ੍ਰਸ਼ਨ ਹੋ ਸਕਦਾ ਹੈ ਕਿ ਨਾਮ ਤਾਂ ਹੋਇਆ ਜੀਵ ਦਾ ਕੰਮ, ਚਾਹੋ ਉਹ ਵੀ ਦਾਤ ਹੀ ਹੈ, ਪਰ ਉਹ ਜਪਨਾ ਸਿਮਰਨਾ ਆਦਿ ਜੀਵ ਦੇ ਕਰਤੱਵ ਹਨ। ਦਾਤ ਪ੍ਰਭੂ ਦਾ ਕਰਮ ਹੈ, ਜੋ ਜੀਵ ਦੇ ਵੱਸ ਦੀ ਗੱਲ ਨਾ ਹੋਈ, ਸੋ ਕੀ ਹੀ ਇਹ ਨਿਰਾਸਤਾ ਦੀ ਗੱਲ ਨਹੀਂ? ਖਬਰੇ ਨਦਰ ਹੋਵੇ ਕਿ ਨਾ। ਇਸ ਲਈ ਅਗਲੀ ਪੌੜੀ ਉਚਾਰ ਕੇ ਆਸ ਬਣਾਉਂਦੇ ਹਨ ਕਿ ਉਸ ਦੀ ਬਖਸ਼ਿਸ਼ ਬਹੁਤੀ ਹੈ, ਉਹ ਵੱਡਾ ਦਾਤਾ ਹੈ। ਸੋ ਵੱਡੇ ਦਾਤੇ ਤੋਂ ਜੋ ਬਹੁਤ ਬਖਸ਼ਿਸ਼ ਦਾ ਮਾਲਕ ਹੈ, ਨਿਰਾਸ਼ ਨਹੀਂ ਹੋਈਦਾ। ਉਸ ਦਾ ਤਾਂ ਬਿਰਦ ਹੀ ਬਖਸ਼ਿਸ਼ ਹੈ। ਨਿਰਾਸ਼ ਉਸ ਤੋਂ ਹੋਈਦਾ ਹੈ ਜੋ ਨਿਛ ਪ੍ਰੇਹ ਨਹੀਂ, ਭਾਵ ਜਿਸ ਨੂੰ ਜੀਵਾਂ ਤੋਂ ਕੁਝ ਲੈਣੇ ਦੀ ਲਾਲਸਾ ਨਹੀਂ। ਉਸ ਦਾਤੇ ਤੇ ਵੱਡੇ ਦਾਤੇ ਤੋਂ ਕਿਉਂ ਨਿਰਾਸਤਾ? ਮੁਰਾਦ ਇਹ ਹੈ ਕਿ ਜਦ ਨਾਮ ਪ੍ਰੇਮੀ ਦਾ ਨਾਮ ਪੁੱਗ ਖੜੋਂਦਾ ਹੈ, ਉਹ ਆਪਣੇ ਆਪ ਵਿੱਚ ਸ਼ੁੱਧ ਹੋਇਆ ਨਿਜ ਸਰੂਪ ਵਿੱਚ ਅਸਥਿਤ ਪਰਮਾਤਮ ਦੇਵ ਵੱਲ ਨਜ਼ਰ ਟਿਕਾ ਕੇ ਖੜਾ ਹੁੰਦਾ ਹੈ, ਤਾਂ ਅਨੰਤ ਦਾਤੇ ਦਾ ਬਿਰਦ ਉਸ ਨੂੰ ਅਨੰਤਤਾਈ ਵਿੱਚ ਖਿੱਚ ਲੈਂਦਾ ਹੈ। ਹੋਰ ਵੀ ਤਸੱਲੀ ਵਾਲੀ ਗੱਲ ਇਹ ਹੈ ਕਿ ਇਹ ਨਾਮ ਮਾਰਗ ਈਸ਼ਵਰ ਪ੍ਰੇਮ ਦਾ ਮਾਰਗ ਹੈ। ਜਿਸ ਨੂੰ ਪਿਆਰ ਕਰੋ ਉਸ ਨੂੰ ਵੀ ਪਿਆਰ ਦੀ ਖਿੱਚ ਪੈਂਦੀ ਹੈ। ਪ੍ਰੇਮ ਸਰੂਪ ਪ੍ਰਭੂ ਆਪਣੇ ਪ੍ਰੇਮੀ ਨਾਮ ਅਭਿਆਸੀ ਨੂੰ ਪਿਆਰ ਕਰਦਾ ਹੈ। ਇਸ ਲਈ ਨਿਜ ਸਰੂਪ ਵਿੱਚ ਆਏ ਅਨੰਤ ਵੱਲ ਤੱਕ ਰਹੇ ਪਿਆਰੇ ਨੂੰ ਆਪਣੇ ਸਰੂਪ ਵਿੱਚ ਸਮਾਈ ਬਖਸ਼ਦਾ ਹੈ। ਨਾਮ ਬਾਬਤ ਪਿੱਛੇ ਚੋਖੇ ਜੇਕਰ ਆ ਚੁੱਕੇ ਹਨ। ਹੁਣ ਕਰਮੀ ਦਾਤ ਬਾਬਤ ਇਸ ਪੌੜੀ ਵਿੱਚ ਕੁਝ ਫਰਮਾਉਣ ਲੱਗੇ ਨੇ। ਕਰਮ ਬਹੁਤਾ ਹੈ, ਲਿਖਣ ਤੋਂ ਪਰੇ ਹੈ, ਭਾਵ ਅਮਿਤ ਹੈ, ਕਿਉਂਕਿ ਅਮਿਤ ਕਰਤੇ ਦਾ ਕਰਮ ਫਜ਼ਲ ਜੋ ਹੋਇਆ। ਪਰ ਦਾਤਾ ਆਪ ਲਾਲਸਾ ਤੋਂ ਮੂਲੋਂ ਖਾਲੀ ਹੈ, ਹੋਇਆ ਜੋ ਪ੍ਰੇਮ ਸਰੂਪ। ਪ੍ਰੇਮ ਦਾ ਸੁਤੇ ਸੁਭਾਵ ਦੇਣ ਹੈ, ਲੈਣ ਨਹੀਂ। ਤਿਲ ਨਾ ਤਮਾਏ ਦੱਸ ਕੇ ਤੇ ਮੰਗਣ ਹਾਰਾਂ ਦੀ ਕੁਛ ਗਿਣਤੀ ਦੱਸ ਕੇ ਧੁਨੀ ਵਿੱਚ ਦੱਸਦੇ ਹਨ ਕਿ ਦਾਤਾ ਦੇਖ ਲਓ ਮੰਗਣ ਹਾਰਾਂ ਦੇ ਸ਼ੁਕਰੀਏ ਕਿ ਨਾ ਸ਼ੁਕਰੀ ਤੋਂ ਬੇਪਰਵਾਹ, ਉਹਨਾਂ ਦੇ ਵਰਤਾਓ ਤੋਂ ਬੇਅਸਰ ਰਹਿ ਕੇ ਦਾਤਾਂ ਦੇ ਰਿਹਾ ਹੈ। ਇਸ ਕਰਕੇ ਵੱਡਾ ਦਾਤਾ ਹੈ। ਬਹੁਤੇ ਕਰਮ ਦਾ ਦਾਤਾ ਹੋਣ ਕਰਕੇ ਵੀ ਵੱਡਾ ਹੈ। ਉਸ ਵੱਡੇ ਦਾਤੇ ਪਾਸ ਇੱਕ ਦਾਤ ਮੁਕਤੀ ਹੈ, ਪਰ ਉਹ ਭਾਣੇ ਨਾਲ ਮਿਲਦੀ ਹੈ ਤੇ ਭਾਣੇ ਤੇ ਅਪੜਨ ਲਈ ਸਿਫਤ ਸਲਾਹ ਦੀ ਲੋੜ ਹੈ। ਸਿਫਤ ਸਲਾਹ ਆਤਮ ਪਾਤਸ਼ਾਹੀ ਹੈ, ਪਾਤਸ਼ਾਹੀ ਦਾ ਤਾਰਗੀ ਹੈ। ਅਰਥਾਤ ਪਾਤਸ਼ਾਹ ਦਾਤਾ ਹੁੰਦਾ ਹੈ, ਪਰ ਪਾਤਸ਼ਾਹੀ ਵੀ ਉਸ ਦੀ ਦਾਤ ਹੈ। ਇਹ ਵਿਸ਼ਾ ਇਸ 25ਵੀਂ ਪੌੜੀ ਵਿੱਚ ਹੈ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਨਦਰੀ ਦਾ ਕਰਮ ਅਰਥਾਤ ਬਖਸ਼ਿਸ਼ ਇੰਨੀ ਬਹੁਤੀ ਹੈ ਕਿ ਲਿਖੀ ਨਹੀਂ ਜਾ ਸਕਦੀ। ਇਸ ਕਰਕੇ ਉਹ ਦਾਤਾ ਸਭ ਤੋਂ ਵੱਡਾ ਹੈ। ਹਾਂ, ਇਸ ਕਰਕੇ ਵੀ ਵੱਡਾ ਦਾਤਾ ਹੈ ਕਿ ਉਸ ਨੂੰ ਆਪ ਦਾਤਾਂ ਦੇ ਕੇ ਤਿਲ ਜਿੰਨੀ ਵੀ ਲਾਲਸਾ ਲੈਣ ਮਾਤਰ ਦੀ ਨਹੀਂ ਹੈ। ਉਹ ਨਿਖ ਪ੍ਰੇਹ ਹੈ, ਸੰਪੂਰਨ ਤੌਰ ਤੇ ਇੱਛਾ ਰਹਿਤ ਹੈ। ਕੇਤੇ ਮੰਗਹਿ ਜੋਧ ਆਪਾਰ, ਕੇਤਿਆ ਗਣਤ ਨਹੀਂ ਵਿਚਾਰ। ਉਸ ਤੋਂ ਮੰਗਣ ਵਾਲੇ ਕਈ ਲੋਕ ਹਨ, ਪ੍ਰਤੱਖ ਦੇਖੋ ਕਿ ਅਣਗਿਣਤ ਯੋਧੇ ਉਸ ਤੋਂ ਦਾਤਾ ਮੰਗਦੇ ਨੇ। ਕਿੰਨੇ ਹੀ ਹੋਰ ਭਾਂਤਾਂ ਦੇ ਮੰਗਣਹਾਰੇ ਹਨ, ਜਿਨ੍ਹਾਂ ਦੀ ਗਿਣਤੀ ਦਾ ਵਿਚਾਰ ਵੀ ਨਹੀਂ ਹੋ ਸਕਦਾ, ਪਰ ਉਹ ਕਿਸੇ ਤੋਂ ਕੋਈ ਲੋੜ ਨਹੀਂ ਰੱਖਦਾ। ਕੇਤੇ ਖਾਪ ਟੁੱਟ ਹੈ ਵੇਕਾਰ, ਕਿਤਨੇ ਹੀ ਮੰਗਣ ਵਾਲੇ ਦਾਤਾਂ ਲੈ ਕੇ ਉਹਨਾਂ ਨਾਲ ਵਿਕਾਰਾਂ ਵਿੱਚ ਪੈ ਜਾਂਦੇ ਤੇ ਉਹਨਾਂ ਨਾਲ ਖੱਪ ਕੇ ਅੰਤ ਹੁੱਟ ਹਾਰ ਜਾਂਦੇ ਹਨ। ਕੇਤੇ ਲੈ ਲੈ ਮੁਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ। ਕਿਤਨੇ ਹੀ ਹਨ
ਜਿਹੜੇ ਦਾਤਾਂ ਨੂੰ ਲੈ ਕੇ ਸ਼ੁਕਰ ਨਹੀਂ ਕਰਦੇ, ਸਗੋਂ ਦਾਤੇ ਤੋਂ ਹੀ ਮੁਨਕਰ ਹੋ ਜਾਂਦੇ ਹਨ, ਉਸ ਦਾ ਇਨਕਾਰ ਕਰਨ ਲੱਗ ਜਾਂਦੇ ਹਨ। ਕਿੰਨੇ ਮੂਰਖ ਹਨ ਜੋ ਇਹ ਗੱਲ ਸਮਝੇ ਬਿਨਾਂ ਕਿ ਕੋਈ ਦੇਣਹਾਰ ਦਾਤਾ ਹੈ, ਖਾਈ ਹੀ ਖਾਈ ਜਾਂਦੇ ਹਨ, ਪਰ ਉਹ ਕਿਸੇ ਨਾਲ ਉਦਾਸ ਖਫਾ ਨਹੀਂ ਹੁੰਦਾ। ਕੇਤਿਆ ਦੁਖ ਭੂਖ ਸਦ ਮਾਰ, ਇਹ ਭੇ ਦਾਤ ਤੇਰੀ ਦਾਤਾਰ। ਕਿੰਨਿਆਂ ਨੂੰ ਸਦਾ ਦੁੱਖ ਤੇ ਭੁੱਖ ਦੀ ਮਾਰ ਹੀ ਵਗੀ ਰਹਿੰਦੀ ਹੈ, ਭਾਵ ਦੁਖੀ ਤੇ ਸਦਾ ਥੁੜ ਵਿੱਚ ਰਹਿੰਦੇ ਹਨ। ਹੇ ਦਾਤਾਰ, ਇਹ ਦੁੱਖ ਭੁੱਖ ਦੀ ਮਾਰ ਤੇਰੇ ਹੱਥ ਸੰਕੋਚਨੇ ਨਹੀਂ, ਇਹ ਵੀ ਤੇਰੀ ਇੱਕ ਦਾਤ ਹੈ, ਕਿਉਂਕਿ ਇਸ ਦਾਤ ਨਾਲ ਅਨੇਕਾਂ ਲੋਕ ਭੈ ਵਿੱਚ ਆ ਕੇ ਪਾਪ ਛੱਡ ਕੇ ਉੱਚ ਜੀਵਨ ਵਿੱਚ ਆ ਜਾਂਦੇ ਹਨ। ਇਹ ਵੀ ਉਹਨਾਂ ਨਾਲ ਉਦਾਸੀ ਰੰਜ ਨਹੀਂ, ਪਰ ਇਹ ਉਹਨਾਂ ਨੂੰ ਸੁਧਾਰ ਦਾਨ ਹੋ ਰਿਹਾ ਹੈ। ਜੈਸਾ ਕਿ ਬਚਨ ਹੈ, ਦੁਖ ਦਾਰੂ ਸੁਖ ਰੋਗ ਭਇਆ, ਵਾਰ ਆਸਾ ਮਹੱਲਾ ਪਹਿਲਾ। ਬੰਦ ਖਲਾਸੀ ਭਾਣੈ ਹੋਇ, ਹੋਰ ਆਖ ਨਾ ਸਕੈ ਕੋਈ। ਬੰਦ ਖਲਾਸੀ ਤੇਰੇ ਭਾਣੇ ਦੁਆਰਾ ਹੁੰਦੀ ਹੈ, ਕੋਈ ਨਹੀਂ ਕਹਿ ਸਕਦਾ ਕਿ ਕਿਸੇ ਹੋਰ ਤਰ੍ਹਾਂ ਵੀ ਹੋ ਸਕਦੀ ਹੈ। ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੈ ਜੇਤੀਆ ਮੋਹਿ ਖਾਏ। ਕੋਈ ਨਹੀਂ ਕਹਿ ਸਕਦਾ ਕਿ ਕਿਸੇ ਹੋਰ ਤਰ੍ਹਾਂ ਵੀ ਹੋ ਸਕਦੀ ਹੈ। ਜੇ ਕੋਈ ਮੂਰਖ ਹੋਰ ਕਿਸੇ ਤਰ੍ਹਾਂ ਪ੍ਰਾਪਤ ਹੁੰਦੀ ਦੱਸਣ ਦੀ ਦਲੇਰੀ ਕਰੇ, ਤਾਂ ਉਸ ਨੂੰ ਪਤਾ ਲੱਗ ਜਾਏਗਾ ਕਿ ਉਹ ਕਿਤਨੀਆਂ ਕੋ ਮੂੰਹ ਤੇ ਖਾਂਦਾ ਹੈ ਜਾਂ ਮੂੰਹ ਦੀਆਂ ਖਾਂਦਾ ਹੈ। ਆਪੇ ਜਾਣੈ ਆਪੇ ਦੇ, ਆਖ ਹੈ ਸੇ ਭੇ ਕੇਈ ਕੇ। ਕਰਤਾ ਪੁਰਖ ਆਪੇ ਹੀ ਜਾਣਦਾ ਹੈ ਤੇ ਆਪ ਹੀ ਇਹ ਦਾਤ ਦਿੰਦਾ ਹੈ। ਇਹ ਗੱਲ ਕਹਿਣੇ ਵਾਲੇ ਹਨ ਤਾਂ ਸਹੀ, ਪਰ ਉਹ ਵੀ ਵਿਰਲੇ ਹਨ, ਭਾਵ ਭਾਣੇ ਵਾਲੇ ਵਿਰਲੇ ਹਨ। ਜਿਸਨੋ ਬਖਸ਼ੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਭਾਣੇ ਤੇ ਆਉਣ ਲਈ ਦਾਤਾ ਜਿਸ ਨੂੰ ਆਪਣੀ ਸਿਫਤ ਸਲਾਹ ਦੀ ਦਾਤ ਬਖਸ਼ਦਾ ਹੈ, ਕਹਿੰਦੇ ਹਨ ਗੁਰੂ ਨਾਨਕ, ਉਹ ਪਾਤਸ਼ਾਹ ਦਾ ਪਾਤਸ਼ਾਹ ਹੋ ਜਾਂਦਾ ਹੈ, ਭਾਵ ਉਹ ਆਪ ਜਗਤ ਦਾ ਦਾਤਾ ਹੋ ਜਾਂਦਾ ਹੈ, ਜਾਚਕ ਨਹੀਂ ਰਹਿੰਦਾ। ਵਿਆਖਿਆ। ਉੱਪਰ ਪ੍ਰਾਕਥਨ ਵਿੱਚ ਦੱਸਿਆ ਗਿਆ ਹੈ ਕਿ ਇਸ ਪੌੜੀ ਦੀ ਧੁਆਨੀ ਇਹ ਹੈ ਕਿ ਨਾਮ ਵਿੱਚ ਲੱਗ ਪਓ। ਇਹ ਤੁਹਾਡਾ ਕਰਤੱਵ ਹੈ। ਦਾਤਾ ਵੱਡਾ ਦਾਤਾ ਹੈ ਤੇ ਲੈਣ ਹਾਰਿਆਂ ਤੋਂ ਕੁਝ ਵੀ ਲੈਣ ਤੋਂ ਅਚਾਹ ਹੈ। ਉਹ ਦੇਂਦਾ ਹੀ ਦੇਂਦਾ ਹੈ, ਮਾੜਿਆਂ ਨੂੰ ਵੀ ਦੇਂਦਾ ਹੈ। ਉਹ ਦਾਤਾ ਨਾਮ ਵਿੱਚ ਪੁੱਗੇ ਨੂੰ ਮੁਕਤੀ ਦਾਨ ਜਾਂ ਆਪਣੇ ਸਰੂਪ ਵਿੱਚ ਸਮਾਈ ਆਪਣੇ ਦਾਤਾ ਬਿਰਧ ਕਰਕੇ ਆਪਣੇ ਆਪ ਦੇਵੇਗਾ। ਬਾਕੀ ਪੌੜੀ ਦਾ ਵਿਚਾਰ ਇਸ ਪ੍ਰਕਾਰ ਹੈ। ਪੌੜੀ 24ਵੀਂ ਵਿੱਚ ਨਾਨਕ ਨਦਰੀ ਕਰਮੀ ਦਾਤ ਕਹਿ ਕੇ ਪਤਾ ਦਿੱਤਾ ਸੀ ਕਿ ਦਾਤ ਕਰਤਾ ਪੁਰਖ ਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦੀ ਹੈ। ਹੁਣ ਦੱਸਦੇ ਹਨ ਕਿ ਬਖਸ਼ਿਸ਼ ਅਮਿਤ ਹੈ। ਅਮਿਤ ਬਖਸ਼ਿਸ਼ ਦਾ ਦਾਤਾ ਆਪੇ ਸਭ ਤੋਂ ਵੱਡਾ ਹੋਇਆ, ਜਾਂ ਵੱਡਾ ਹੋਣ ਕਰਕੇ ਦਾਤੇ ਦੀ ਬਖਸ਼ਿਸ਼ ਵੱਡੀ ਅਮਿਤ ਹੋਈ। ਇੱਕ ਹੋਰ ਕਾਰਨ ਵੱਡੇ ਹੋਣ ਦਾ ਇਹ ਦੱਸਦੇ ਹਨ ਕਿ ਉਸ ਦਾਤੇ ਨੂੰ ਦੇਣ ਤਾਂ ਆਉਂਦਾ ਹੈ, ਪਰ ਉਹ ਲੈਣ ਦੀ ਲਾਲਸਾ ਤਿਲ ਜਿੰਨੀ ਵੀ ਨਹੀਂ ਰੱਖਦਾ। ਇਹ ਨਿਰ ਇਸ਼ਤਾ ਉਸ ਦੀ ਸੁਤੇ ਹੈ, ਕਿਉਂਕਿ ਉਹ ਕਾਮਨਾ ਰਹਿਤ ਵੀ ਸੁਤੇ ਸਿੱਧ ਹੈ। ਇਉਂ ਕਿ ਉਹ ਸੋਹਣਾ ਕਰਤਾ ਪੁਰਖ ਸਦਾ ਸਤ ਹੈ, ਚੇਤਨਤਾ ਹੈ ਤੇ ਉਹ ਪ੍ਰੇਮ ਸਰੂਪ ਹੈ, ਅਰਥਾਤ ਆਪ ਪ੍ਰੇਮ ਹੈ। ਆਪੇ ਪ੍ਰੀਤ ਪ੍ਰੇਮ ਪਰਮੇਸ਼ਰ। ਪ੍ਰਭਾਤੀ ਮਹੱਲਾ ਪਹਿਲਾ। ਪ੍ਰੇਮ ਦਾ ਸੁਤੇ ਸੁਭਾਵ ਹੈ ਦੇਨ। ਪ੍ਰੇਮ ਸਰੂਪ ਹੋਣ ਕਰਕੇ ਪ੍ਰਮਾਤਮਾ ਸਦਾ ਦੇਣ ਵਿੱਚ ਹੈ। ਦਾਨੇ ਇਸ ਪ੍ਰਕਾਰ ਵੀ ਕਹਿੰਦੇ ਹਨ ਕਿ ਆਤਮਾ ਦਾ ਸੁਭਾਵ ਜਾਂ ਇੱਕ ਲੱਛਣ ਹੈ ਦੇਣ, ਮਾਇਆ ਦਾ ਸੁਭਾਵ ਹੈ ਲੈਣ। ਪਰਮਾਤਮਾ ਆਪਣੇ ਦੇਣ ਸੁਭਾਵ ਵਿੱਚ ਮਾਨੋ ਆਪਣੀ ਅੰਸ਼ ਦਾਨ ਕਰਦਾ ਹੈ, ਜਿਸ ਨੂੰ ਕਬੀਰ ਜੀ ਨੇ ਕਿਹਾ ਹੈ, ਕਹੋ ਕਬੀਰ ਇਹੋ RAM ਕੀ ਅੰਸ। ਗੋਂਡ ਕਬੀਰ ਜੀ।
ਹੁਣ ਦੇਖੋ, ਇਸ ਇਨਸਾਨ ਵਿੱਚ ਪਰਮ ਆਤਮ ਅੰਸ਼ ਵੀ ਹੈ ਤੇ ਮਾਇਆ ਵੀ ਹੈ। ਸੋ ਇਨਸਾਨ ਦੇ ਸੁਭਾਅ ਵਿੱਚ ਦੇਣ ਤੇ ਲੈਣ ਦੋਏ ਲੱਛਣ ਹਨ। ਜੋ ਜੋ ਜੀਵ ਪਰਮ ਆਤਮਾ ਦੇ ਨੇੜੇ ਹੁੰਦੇ ਜਾਂਦੇ ਹਨ, ਉਹਨਾਂ ਵਿੱਚ ਦੇਣ ਦਾ ਲੱਛਣ ਵੱਧਦਾ ਜਾਂਦਾ ਹੈ। ਜੋ ਜੋ ਵਧੀਕ ਦੂਰ ਹੁੰਦੇ ਜਾਂਦੇ ਹਨ, ਉਹਨਾਂ ਵਿੱਚ ਲੈਣ ਦਾ ਲੱਛਣ ਵੱਧਦਾ ਜਾਂਦਾ ਹੈ। ਪਰਮਾਤਮਾ ਸ਼ੁੱਧ ਹੈ, ਪੂਰਨ ਹੈ, ਉਸ ਵਿੱਚ ਲੈਣ ਦੀ ਸੰਭਾਵਨਾ ਮੂਲੋਂ ਨਹੀਂ ਹੈ। ਇਸ ਕਰਕੇ ਸਤਿਗੁਰੂ ਜੀ ਨੇ ਫਰਮਾਇਆ ਹੈ, ਤਿਲ ਨਾ ਤਮਾਏ। ਤਿਲ ਨਾ ਤਮਾਏ ਆਖ ਕੇ ਗੁਰੂ ਜੀ ਕੁਝ ਜਾਚਕਾਂ ਦੀ ਗਿਣਤੀ ਦੱਸਦੇ ਹਨ, ਪਰ ਇਸ ਗਿਣਤੀ ਵਿੱਚ ਇੱਕ ਧੁਨਿਆਤਮਕ ਅਰਥ ਭਾਵ ਰੱਖਦੇ ਹਨ, ਜੋ ਇਸ ਪ੍ਰਕਾਰ ਦਾ ਹੈ ਕਿ ਤੁਸੀਂ ਪ੍ਰਤੱਖ ਦੇਖ ਲਓ ਕਿ ਤਿਲ ਨਾ ਤਮਾਏ ਵਾਲਾ ਦਾਤਾ ਦੇ ਰਿਹਾ ਹੈ। ਦੀਨ ਦੁਨੀ ਦੇ ਯੋਧੇ ਤੇ ਨਾਨਾ ਭਾਂਤ ਦੇ ਹੋਰ ਜਾਚਕ ਲੈ ਰਹੇ ਹਨ। ਉਹ ਦੇ ਰਿਹਾ ਹੈ, ਪਰ ਕਿਸੇ ਤੋਂ ਕਿਸੇ ਗੱਲ ਦਾ ਲੋੜਕੂ ਨਹੀਂ। ਫਿਰ ਦੇਖੋ, ਕਈ ਲੈ ਕੇ ਵਿਕਾਰਾਂ ਵਿੱਚ ਲੱਗ ਪੈਂਦੇ ਹਨ ਤੇ ਭੋਗੀ ਕਉ ਦੁਖ ਰੋਗ ਵਿਆਪੈ। ਬਸੰਤ ਮਹੱਲਾ ਪਹਿਲਾ, ਅਸ਼ਟਪਦੀਆਂ। ਭੋਗੋ ਰੋਗ ਸੋ ਅੰਤ ਵਿਗੋਵੈ। ਮਾਰੂ ਮਹੱਲਾ ਪਹਿਲਾ, ਸੋਲ੍ਹੇ। ਅਸੂਲ ਮੂਜਬ ਖਬ ਖਬ ਕੇ ਭੋਗਾਂ ਨਾਲ ਹੀ ਥੱਕ ਕੇ ਤਬਾਹ ਹੋ ਜਾਂਦੇ ਹਨ, ਪਰ ਦਾਤਾ ਦਾਤ ਨਹੀਂ ਹਟਾਉਂਦਾ। ਸੋ ਪਤਾ ਲੱਗਾ ਕਿ ਉਹਨਾਂ ਦੇ ਨਾ ਸ਼ੁਕਰੇ ਤੇ ਦੂਰ ਹੋ ਜਾਣ ਤੇ ਉਹ ਰਿੰਝ ਨਹੀਂ। ਇਸੀ ਤਰ੍ਹਾਂ ਮੂਰਖ ਲੈਂਦੇ ਤੇ ਦਾਤਾਰ ਨੂੰ ਦਾਤਾ ਸਮਝਦੇ ਹੀ ਨਹੀਂ। ਕਈ ਦਾਤਾਂ ਤੋਂ ਹੀ ਮੁਨਕਰ ਹਨ, ਪਰ ਦੇਖੋ, ਕਿਸੇ ਦੀ ਵੀ ਰੋਜੀ ਬੰਦ ਨਾ ਕਰਨਾ ਉਸ ਦੀ ਬੇਪਰਵਾਹੀ ਤੇ ਨਿਰਇੱਛਤਾ ਦੀ ਦਲੀਲ ਹੈ। ਜੈਸਾ ਕਿ ਪਿੱਛੇ ਪੌੜੀ ਤੀਜੀ ਵਿੱਚ ਕਹੇ ਆਏ ਹਨ, ਦੇਂਦਾ ਦੇ ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਗਸੈ ਵੇ ਪਰਵਾਹੋ। ਇੱਥੇ ਕੋ ਪਹੁੰਚ ਕੇ ਇੱਕ ਘਟਨਾ ਦੇਖ ਕੇ ਕਿ ਜਗਤ ਵਿੱਚ ਲੋਕ ਦੁਖੀ ਹਨ, ਭੁੱਖੇ ਹਨ, ਦਰਦ ਰੰਜਾਣੇ ਹਨ, ਇੱਕ ਪ੍ਰਸ਼ਨ ਉਪਜਦਾ ਹੈ ਕਿ ਕੀ ਇਹ ਕਰਤਾ ਪੁਰਖ ਦੀ ਰਿੰਜਗੀ ਨਹੀਂ? ਕੀ ਇਹ ਇਸ ਗੱਲ ਦੀ ਦਲੀਲ ਨਹੀਂ ਕਿ ਕਰਤਾ ਉਹਨਾਂ ਤੋਂ ਕੋਈ ਆਸ ਰੱਖਦਾ ਸੀ, ਜੋ ਉਹਨਾਂ ਨੇ ਪੂਰੀ ਨਹੀਂ ਕੀਤੀ ਤਾਂ ਦੰਡੇ ਗਏ ਹਨ? ਇਸ ਦਾ ਉੱਤਰ ਦਿੰਦੇ ਹਨ ਕਿ ਨਹੀਂ, ਇਹ ਉਸ ਦੀ ਮਿਹਰਬਾਨੀ ਹੈ, ਉਹ ਵੀ ਦਾਤ ਹੈ ਜੋ ਉਸ ਨੇ ਬਖਸ਼ੀ ਹੈ। ਗੁਰੂ ਨਾਨਕ ਦੇਵ ਜੀ ਨੇ ਵਾਰ ਆਸਾ ਵਿੱਚ ਫਰਮਾਇਆ ਹੈ, ਦੁਖ ਦਾਰੂ ਸੁਖ ਰੋਗ ਭਇਆ। ਆਸਾ ਮਹੱਲਾ ਪਹਿਲਾ। ਇਹ ਦਾਤ ਹੈ ਕਿ ਦੁੱਖ ਭੁੱਖ ਨੇ ਕਦੇ ਉਹਨਾਂ ਨੂੰ ਭਲੇ ਪਾਸੇ ਵੱਲ ਪ੍ਰੇਰ ਲੈਣਾ ਹੈ। ਇਹ ਸੁਧਾਰ ਰੂਪੀ ਦਾਤ ਹੈ। ਕਰਤਾ ਪੁਰਖ ਦੇ ਆਪਣੇ ਮਨ ਵਿੱਚ ਉਹਨਾਂ ਨਾਲ ਕੋਈ ਰੰਜ ਜਾਂ ਉਹਨਾਂ ਤੋਂ ਕੋਈ ਰੱਖੀ ਹੋਈ ਆਸ ਦੇ ਟੁੱਟਣ ਦਾ ਦੰਡ ਦੇਣ ਦਾ ਫੁਰਨਾ ਨਹੀਂ ਹੈ। ਦਾਤਾਂ, ਦਾਤਾ ਤੇ ਜਾਚਕਾਂ ਦਾ ਇਉਂ ਕੁਛ ਹਾਲ ਕਹਿ ਕੇ ਅੱਗੋਂ ਹੁਣ ਸਭ ਤੋਂ ਉੱਚੀ ਦਾਤ ਮੁਕਤੀ ਦਾ ਕੁਛ ਵਰਣਨ ਕਰਦੇ ਹਨ। ਬੰਦ ਖਲਾਸੀ ਭਾਣੈ ਹੋਏ। ਬੰਦ ਦਾ ਅਰਥ ਹੈ ਬੰਦੀ, ਬੰਦਿਸ਼, ਰੋਕਾਂ, ਕੈਦ। ਹਉਮੈ ਦੀ ਰੋਕ, ਜਨਮ ਮਰਨ ਦੀ ਕੈਦ, ਮੋਹ ਮਾਇਆ ਦੀ ਬੰਦਿਸ਼, ਪੂਰਨ ਆਤਮ ਸੁਤੰਤਰਤਾ ਤੋਂ ਰੋਕ। ਖਲਾਸੀ ਦਾ ਅਰਥ ਹੈ ਛੁਟਕਾਰਾ, ਮੁਕਤੀ। ਭਾਣਾ ਦਾ ਅਰਥ ਹੈ ਜੋ ਭਾ ਜਾਏ। ਜੋ ਗੱਲ ਕਰਤਾ ਪੁਰਖ ਨੂੰ ਭਾ ਰਹੀ ਹੈ, ਚੰਗੀ ਲੱਗ ਰਹੀ ਹੈ, ਉਹ ਹੈ ਭਾਣਾ। ਸੋ ਆਪ ਮੁਕਤੀ ਰੂਪੀ ਦਾਤ ਦੇ ਲਈ ਫਰਮਾਉਂਦੇ ਹਨ, ਬੰਦ ਖਲਾਸੀ ਭਾਣਾ ਹੋਏ। ਹਾਂ, ਇਹ ਹੁਕਮ ਰਜਾਈ ਚੱਲਣਾ ਹੈ। ਕੋਈ ਨਹੀਂ ਦੱਸ ਸਕਦਾ ਕਿ ਕਿਸੇ ਹੋਰ ਤਰ੍ਹਾਂ ਵੀ ਇਹ ਦਾਤ ਪ੍ਰਾਪਤ ਹੋ ਸਕਦੀ ਹੈ। ਜੇ ਕੋਈ ਆਖੇ ਕਿ ਹੋਰ ਤਰੀਕਾ ਵੀ ਹੈ, ਤਾਂ ਤਜਰਬਾ ਉਸ ਨੂੰ ਮੂੰਹ ਦੀਆਂ ਖਾ ਖਾ ਕੇ ਮੂੰਹ ਪਰਨੇ ਡੇਗੇਗਾ ਤੇ ਪਛਤਾ ਕੇ ਉਸ ਨੂੰ ਸਮਝ ਆਏਗੀ ਕਿ ਮੈਂ ਮੂਰਖ ਸਾਂ। ਕਿਉਂਕਿ ਹੋਰ ਤਰੀਕਿਆਂ ਵਿੱਚ ਜੀਵ ਦਾਤਾਂ ਤਾਂ ਲੈਂਦਾ ਤੇ ਭੋਗਦਾ ਰਹਿੰਦਾ ਹੈ, ਪਰ ਉਸ ਦੀ ਚਿੱਤ ਬਿਰਤੀ ਦਾਤਾਂ ਨਾਲ ਹੀ ਲੱਗੀ ਰਹਿੰਦੀ ਹੈ। ਦੇਨਹਾਰ ਦਾਤਾਰ ਨਾਲ ਚਿੱਤ ਬਿਰਤੀ ਪਕੜ ਨਹੀਂ ਖਾਂਦੀ। ਦਾਤ ਪਿਆਰੀ ਵਿਸਰਿਆ ਦਾਤਾਰਾ। ਧਨਾਸਰੀ ਮਹੱਲਾ ਪੰਜਵਾ।
ਜਦੋਂ ਚਿੱਤ ਬਿਰਤੀ ਦਾਤਾਂ ਦੇ ਪਿਆਰ ਤੋਂ ਉੱਠ ਕੇ ਦਾਤਾ ਦੇ ਵਿੱਚ ਚਲੀ ਜਾਂਦੀ ਹੈ ਤਾਂ ਦਾਤਾ ਦਾ ਭਾਣਾ ਚੰਗਾ ਲੱਗਦਾ ਹੈ। ਸਾਡੇ ਅੱਗੇ ਤੇ ਦਾਤਾ ਦੀ ਪ੍ਰਾਪਤੀ ਦੇ ਵਿੱਚ ਕਾਹੇ ਕੂੜੇ ਦੀ ਪਾਲ ਹੈ, ਹਉਮੈ ਦੀ ਰੋਕ ਜੋ ਦਾਤਾਂ ਵਿੱਚ ਫਸਾਈ ਰੱਖਦੀ ਹੈ। ਜਦੋਂ ਦਾਤਾਂ ਤੋਂ ਉੱਠੀ, ਆਪਣੇ ਭਾਣੇ ਤੋਂ ਉੱਠੀ, ਜਦੋਂ ਦਾਤਾ ਦੇ ਭਾਣੇ ਤੇ ਗਈ ਤਾਂ ਭਾਣਾ ਮਿੱਠਾ ਲੱਗਾ, ਤਦ ਕੂੜੇ ਦੀ ਪਾਲ ਗਈ। ਨਾਨਕ ਹੁਕਮੈ ਜੇ ਬੁੱਝੈ, ਤਾ ਹਉਮੈ ਕਹੈ ਨਾ ਕੋਇ। ਜਪਜੀ ਸਾਹਿਬ। ਫੁਰਮਾਨ ਹੈ, ਤੇਰਾ ਭਾਣਾ ਮੰਨੇ ਸੋ ਮਿਲੈ ਤੁਧ ਆਏ। ਜਿਸ ਭਾਣਾ ਭਾਵੈ ਸੋ ਤੁਝੈ ਸਮਾਏ। ਮਾਰੂ ਮਹੱਲਾ ਤੀਜਾ ਸੋਲ੍ਹੇ। ਕਈ ਵਿਰਲੇ ਹਨ ਜੋ ਇਹ ਗੱਲ ਆਖਦੇ ਹਨ ਕਿ ਕਰਤਾ ਪੁਰਖ ਆਪ ਸਭ ਕੁਝ ਜਾਣਦਾ ਹੈ ਤੇ ਆਪੇ ਹੀ ਦੇਂਦਾ ਹੈ। ਇਹ ਆਖਣਾ ਭਾਣੇ ਵਿੱਚ ਚੱਲਣੇ ਦਾ ਯਤਨ ਹੈ। ਆਖਣ ਵਾਲੇ ਦੀ ਨਜ਼ਰ ਦਾਤ ਤੋਂ ਉੱਠ ਕੇ ਦਾਤੇ ਵੱਲ ਗਈ ਹੈ ਤੇ ਉਚਾਰ ਹੋਇਆ ਹੈ ਆਪੇ ਦੇ। ਸੋ ਬੰਦ ਤੋਂ ਖਲਾਸੀ ਵੀ ਦਾਤ ਹੈ। ਭਾਣੇ ਨਾਲ ਇਹ ਦਾਤ ਪ੍ਰਾਪਤ ਹੁੰਦੀ ਹੈ। ਹਾਂ, ਉਹ ਆਪੇ ਦੇ ਦਿੰਦਾ ਹੈ, ਪਰ ਭਾਣੇ ਤੇ ਸਾਂਗੋ ਪਾਂਗ ਅਪੜਨ ਲਈ ਉਹ ਇੱਕ ਹੋਰ ਦਾਤ ਦਿੰਦਾ ਹੈ। ਉਹ ਹੈ ਸਿਫਤ ਸਾਲਾਹ। ਉਹ ਬੰਦੇ ਨੂੰ ਭਗਤ ਬਣਾ ਦਿੰਦੀ ਹੈ। ਜਿਸ ਤਰ੍ਹਾਂ ਸਿਫਤ ਸਲਾਹਨ ਭਗਤ ਵਿਰਲੇ ਦਿੱਤੀਅਨ। ਰਾਮ ਕਲੀ ਵਾਰ ਮਹੱਲਾ ਪੰਜਵਾ। ਇਸ ਨਾਲ ਭਗਤ ਦੀ ਸੱਚੇ ਦਰਬਾਰ ਵਿੱਚ ਗੰਢ ਵੱਜ ਜਾਂਦੀ ਹੈ। ਸਿਫਤੀ ਗੰਢ ਪਵੈ ਦਰਬਾਰ। ਮਾਝਵਾਰ ਮਹੱਲਾ ਪਹਿਲਾ। ਜਿਸ ਨੂੰ ਸਿਫਤ ਸਲਾਹ ਬਖਸ਼ਿਸ਼ ਕਰਦਾ ਹੈ ਉਹ ਕੋਈ ਨਿਕਾਰਾ, ਨਿਕੰਮਾ, ਉਦਾਸੀ ਵਿੱਚ ਢੱਠਾ ਇਨਸਾਨ ਨਹੀਂ ਬਣ ਜਾਂਦਾ। ਉਹ ਕੋਈ ਲਾਲਚੀ ਭਾਟ ਨਹੀਂ ਹੁੰਦਾ। ਉਹ ਤਾਂ ਪਾਤਸ਼ਾਹਾਂ ਦਾ ਪਾਤਸ਼ਾਹ ਹੋ ਜਾਂਦਾ ਹੈ। ਜਿਸ ਨੂੰ ਸੋਝੀ ਹੋ ਆਈ ਹੈ ਕਿ ਕਰਤਾ ਪੁਰਖ ਜਾਣੀ ਜਾਣ ਹੈ, ਆਪ ਹੀ ਬੰਦ ਤੋਂ ਖਲਾਸੀ ਬਖਸ਼ੇਗਾ, ਉਹ ਕਰਤਾ ਪੁਰਖ ਦੀ ਸਿਫਤ ਸਲਾਹ ਉਸ ਤੇ ਬਖਸ਼ਿਸ਼ ਹੋਵੇਗੀ। ਉਹ ਪਾਤਸ਼ਾਹ ਦਾ ਪਾਤਸ਼ਾਹ ਹੋ ਜਾਏਗਾ। ਪਾਤਸ਼ਾਹ ਦਾ ਵਿਸ਼ੇਸ਼ ਗੁਣ ਦਾਤਾ ਹੋਣ ਦਾ ਹੁੰਦਾ ਹੈ, ਸੋ ਉਹ ਜਾਚਕ ਦੀ ਥਾਂ ਆਪ ਦਾਤਾ ਹੋ ਜਾਏਗਾ। ਉਸ ਨੇ ਸਿਫਤ ਸਲਾਹ ਦੁਆਰਾ ਗੁਰੂ ਕਰਤਾ ਪੁਰਖ ਨੂੰ ਪਾ ਲਿਆ ਤੇ ਪਛਾਣ ਲਿਆ ਹੈ। ਸਿਫਤ ਸਹਿਜ ਘਰ ਗੁਰ ਕਰਤਾਰ। ਆਸਾ ਮਹੱਲਾ ਪਹਿਲਾ ਅਸ਼ਟਪਦੀਆਂ। ਸਿਫਤ ਸਲਾਹ ਦੁਆਰਾ ਉਸਨੇ ਸਹਿਜ ਘਰ ਵਿੱਚ ਗੁਰੂ ਕਰਤਾਰ ਨੂੰ ਪਛਾਣ ਲਿਆ ਹੈ। ਸੋ ਜਿਨ ਜਿਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ। ਸੁਖਮਨੀ ਸਾਹਿਬ 17ਵੀਂ ਅਸ਼ਟਪਦੀ। ਉਹ ਦਾਤਾ ਹੁਣ ਜਗਤ ਦਾ ਦੁੱਖ ਕੱਟਣ ਹਾਰ ਹੈ। ਓਏ ਦਾਤੇ ਦੁਖ ਕਾਟਨ ਹਾਰ, ਜਾ ਕੈ ਸੰਗ ਤਰੈ ਸੰਸਾਰ। ਸੁਖਮਨੀ ਸਾਹਿਬ 16ਵੀਂ ਅਸ਼ਟਪਦੀ। ਇਸ ਪੌੜੀ ਵਿੱਚ ਸਿਫਤ ਸਲਾਹ ਕਹੀ ਹੈ। ਇਹ ਨਾਮ ਦਾ ਹੀ ਇੱਕ ਰੂਪ ਹੈ। ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਸਮਝਣਾ ਇਹ ਨਾਮ ਪ੍ਰਯਤਨ ਹੈ। ਉਸ ਨੂੰ ਹਾਜ਼ਰਾ ਹਜ਼ੂਰ ਸਮਝ ਕੇ ਉਸ ਦੇ ਗੁਣਾਨਵਾਦ ਕਰਨੇ, ਕੀਰਤੀ ਵਿੱਚ ਰਹਿਣਾ, ਇਹ ਸਿਫਤ ਸਲਾਹੀ ਪ੍ਰਯਤਨ ਹੈ। ਪਿਛਲੀ ਪੌੜੀ ਵਿੱਚ ਜੋ ਉੱਚੇ ਉੱਪਰ ਉੱਚਾ ਨਾਉ ਫਰਮਾਇਆ ਸੀ, ਇਸ ਪੌੜੀ ਵਿੱਚ ਸਿਫਤ ਸਲਾਹ ਨੂੰ ਉਸ ਨਾਲ ਜੋੜਿਆ ਹੈ। ਨਾਮ ਸਿਮਰਨ ਤੇ ਸਿਫਤ ਸਲਾਹ ਕਰਨਾ ਦੋਏ ਜੀਵ ਦੇ ਕਰਤੱਵ ਹਨ। ਨਿਰੁਕਤ ਕਰਮ ਦਾ ਭਾਵ ਹੈ ਅਰਬੀ ਦੇ ਵਿੱਚ ਬਖਸ਼ਿਸ਼, ਮਿਹਰ, ਕਿਰਪਾਲਤਾ। ਇੱਥੇ ਕਰਮ ਦਾ ਅਰਥ ਸੰਸਕ੍ਰਿਤੀ ਵਿੱਚ ਕਿਰਿਆ, ਕੰਮ ਕਰਨਾ ਅਪ੍ਰਸੰਗਕ ਹੈ। ਪਿਛਲੀ ਪੌੜੀ ਤੋਂ ਪ੍ਰਸੰਗ ਕਰਮ ਮਿਹਰ ਦਾ ਚੱਲ ਰਿਹਾ ਹੈ। ਤਮਾਏ ਦਾ ਅਰਬੀ ਭਾਸ਼ਾ ਵਿੱਚ ਭਾਵ ਹੈ ਲੋਭ, ਤਮਾ, ਲੈਣ ਦੀ ਇੱਛਾ। ਅਸਲ ਵਿੱਚ ਪਾਦਨਾ ਤਮਾਏ ਦਾ ਉਹੀ ਭਾਵ ਹੈ ਜੋ ਸੰਸਕ੍ਰਿਤੀ ਵਿੱਚ ਪਦ ਨਿਖ ਪ੍ਰੇਹ, ਨਿਸ਼ ਪ੍ਰੇਹ ਦਾ ਹੈ, ਸੰਪੂਰਨ ਤੌਰ ਤੇ ਇੱਛਾ ਰਹਿਤ। ਜੋਧ ਦਾ ਭਾਵ ਸੰਸਕ੍ਰਿਤੀ ਵਿੱਚ ਹੈ ਯੋਧਾ, ਯੁੱਧ ਕਰਨ ਵਾਲਾ, ਸੂਰਮਾ, ਬਹਾਦਰ। ਅਪਾਰ ਦਾ ਸੰਸਕ੍ਰਿਤੀ ਦੇ ਵਿੱਚ ਭਾਵ ਹੈ ਅਪਾਰ, ਜਿਸ ਦਾ ਪਾਰ ਨਹੀਂ। ਅਣਗਿਣਤ ਹੈ। ਕੇਤੇ ਪਲਸ ਅਪਾਰ, ਬਹੁਤੇ, ਅਣਗਿਣਤ। ਅਪਾਰ ਤੇ ਕੇਤੇ ਪਰਿਆਇਵਾਚੀ ਹਨ।
ਇਸ ਕਰਕੇ ਇਉਂ ਵੀ ਅਰਥ ਲਾ ਲੈਂਦੇ ਹਨ, ਅਪਰਮਿਤ ਬਲ ਵਾਲੇ ਯੋਧੇ ਅਪਾਰ ਪਦਾਰਥ ਮੰਗਦੇ ਹਨ, ਅਪਾਰ ਪੁਰਖ ਜੁੱਧ ਮੰਗਦੇ ਹਨ। ਜੋਧ ਦਾ ਅਰਥ ਤਪ ਲਾ ਕੇ ਤਪੀ ਇਉਂ ਕਰਦੇ ਹਨ। ਕਿਤਨੇ ਤਪੀ ਲੋਕ ਤਪ ਦਾ ਫਲ ਮੰਗਦੇ ਹਨ। ਵਿਚਾਰ ਦਾ ਸੰਸਕ੍ਰਿਤੀ ਵਿੱਚ ਸੋਚ ਵਿਚਾਰ। ਕਈ ਜਿਨ੍ਹਾਂ ਦੀ ਗਿਣਤੀ ਨਹੀਂ ਵਿਚਾਰ ਮੰਗਦੇ ਹਨ। ਵਿਕਾਰ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਖੋਟੇ ਕਰਮ, ਪਾਪ, ਵਿਸ਼ੇ ਭੋਗਾਂ ਵਿੱਚ ਵਿਕਾਰੀ ਵੀ ਅਰਥ ਲਾ ਲੈਂਦੇ ਹਨ। ਮੁਕਰ ਦਾ ਅਰਬੀ ਭਾਸ਼ਾ ਵਿੱਚ ਭਾਵ ਹੈ ਮੁਨਕਿਰ, ਇਨਕਾਰ ਕਰਨ ਵਾਲਾ। ਮੁਨਕਿਰ ਤੋਂ ਪੰਜਾਬੀ ਕਿਰਿਆ ਮੁਕਰਨਾ ਤੇ ਮੁੱਕਰ ਪੈਣਾ ਬਣੀ ਹੈ। ਭਾਵ ਹੈ ਵਾਹਿਗੁਰੂ ਦੀ ਹੋਂਦ ਤੋਂ ਇਨਕਾਰ। ਚਾਰ ਵਾਕੀਆਂ ਆਦਿ ਵੱਲ ਇਸ਼ਾਰਾ ਸਹੀ ਹੁੰਦਾ ਹੈ। ਮੂਰਖ ਦਾ ਸੰਸਕ੍ਰਿਤੀ ਭਾਸ਼ਾ ਵਿੱਚ ਅਰਥ ਹੈ ਮੂਰਖ, ਬੇਵਕੂਫ, ਅਜਾਣ, ਸਾਈਂ ਰਸਤੇ ਵੱਲੋਂ ਬੇਪਰਵਾਹ ਤੇ ਐਸ਼ਾਂ ਵਿੱਚ ਰਤੇ ਹੋਏ। ਬੰਦ ਦਾ ਭਾਵ ਹੈ ਫਾਰਸੀ ਵਿੱਚ ਬੰਦ ਭਾਵ ਰੋਕ, ਕੈਦ, ਹਉਂ ਦੀ ਰੋਕ, ਜਨਮ ਮਰਨ ਦੀ ਫਾਹੀ, ਮੋਹ ਮਾਇਆ ਦੀ ਕੈਦ, ਆਤਮ ਸੁਤੰਤਰਤਾ ਦੀ ਰੋਕ। ਪੰਜਾਬੀ ਵਿੱਚ ਬੰਦ ਪਦ ਪੁਲਿੰਗ ਤੇ ਇਸਤਰੀ ਲਿੰਗ ਦੋਏ ਤਰ੍ਹਾਂ ਵਰਤੀਂਦਾ ਹੈ। ਪਾਣੀ ਦਾ ਬੰਦ ਟੁੱਟ ਗਿਆ, ਬਾਗ ਵਿੱਚ ਆਵਾਜਾਈ ਦੀ ਬੰਦ ਖੁੱਲ ਗਈ ਹੈ। ਪੁਰਾਤਨ ਜਨਮ ਸਾਖੀ ਵਿੱਚ ਲਿਖਿਆ ਹੈ, ਤਬ ਬਾਬਾ ਅਤੇ ਮਰਦਾਨਾ ਬੰਦ ਵਿੱਚ ਆਏ ਸੈਦਪੁਰ ਕੀ। ਇਸ ਕਰਕੇ ਸੰਪਰਦਾਈ ਬੰਦ ਅਤੇ ਖਲਾਸੀ ਅਰਥ ਵੀ ਲਾ ਲੈਂਦੇ ਹਨ। ਭਾਣਿਆਂ ਦਾ ਭਾਵ ਹੈ ਭਾਣੇ ਦੁਆਰਾ, ਵਾਹਿਗੁਰੂ ਦੀ ਰਜ਼ਾ ਨਾਲ। ਭਾਣਿਆਂ ਦਾ ਅਰਥ ਈਸ਼ਵਰ ਦੇ ਭਾਵ ਅਨੁਭਵ ਹੋਣ ਤੋਂ ਵੀ ਕਰਦੇ ਹਨ, ਪਰ ਵਿਸ਼ਾ ਈਸ਼ਵਰ ਦੀ ਦਾਤ ਦਾ ਚੱਲ ਰਿਹਾ ਹੈ, ਜੋ ਉਸ ਦੀ ਰਜ਼ਾ ਨਾਲ ਹੁੰਦੀ ਹੈ। ਖਾਇਕ ਦਾ ਸੰਸਕ੍ਰਿਤੀ ਦੇ ਵਿੱਚ ਭਾਵ ਹੈ ਖਾਦੁਕ, ਸ਼ਰਾਰਤੀ, ਮੂਰਖ, ਹੁਜਤੀ। ਜੇ ਇਹ ਪਦ ਸੰਸਕ੍ਰਿਤੀ ਪਦ ਆਖਿਆਇਕ ਤੋਂ ਬਣਿਆ ਹੋਵੇ ਤਾਂ ਅਰਥ ਗੱਪੀ ਹੋਵੇਗਾ। ਇਉਂ ਵੀ ਲਾਉਂਦੇ ਹਨ, ਜੇ ਕੋ ਖਾਏ ਕੋ ਆਖਣ ਪਾਏ। ਜੇ ਕੋਈ ਖਾ ਕੇ ਕੁਵਾਕ ਆਖੇ, ਪਰ ਗੁਰਬਾਣੀ ਵਿੱਚ ਖਾਇਕ ਪਦ ਹੋਰ ਥੇਂ ਵੀ ਆਇਆ ਹੈ। ਦੀਦਾਰ ਪੂਰੇ ਪਾਏ ਸਾ, ਥਾਓ ਨਾਹੀ ਖਾਏ ਕਾਂ। ਵਾਰ ਸ੍ਰੀ ਰਾਗ ਮਹੱਲਾ ਪਹਿਲਾ। ਸੇ ਭੇ, ਇਸ ਦਾ ਅਰਥ ਹੈ ਸੇ ਭੀ ਦਾ ਸੰਖੇਪ ਰੂਪ ਹੈ ਸੇ ਭੀ, ਉਹ ਵੀ।